गल भी खर्चा बच जाएगा शायद असी 2 साल 2.5 साल बाद उत्थे पानी का रपड़ पै जाए 2 कर लांगे तो कोई ऐसा तरीका हो सकता जिस भाई खर्चा भी मैनेज हो जाए उस खर्चे च ही करना ना हूँ 3 लाख का सी कि भाई साढ़े अगे बंदा चढ़िया तो लो जी 8 करोड़ करा दो जी खैर ही पैसा कितों होना है वो तो पैसा जिस पार्टी जिस बंदे ने भी खर्च करना उन्हें देखना भी ਉਹਨੂੰ अगर बना लीए तो साडा गुजारा हो सकता है या नहीं हो सकता यह गल है भी होंगी ठीक है वो फिर जिमें हुण अब्दुल खालक साहब कहते भी एक की बजाय 2 बना लीए तो खर्च का भी थोड़े देन च पिछे होना है भी कितना वधना है वो करके तुसीं ये गल करनी है 2 बना लीए तो की है एक बना ली असां ते अपनी ये प्रपोजल दसीए भी है सानूं हो सकता है अगो ਇਹਦੇ ਤੇ ਵੀ ਜ਼ਰਾ ਥੋੜਾ ਕ੍ਰਾਸਿੰਗ ਦਾ ਜਿਹੜਾ ਨਾ ਉਹ 40 ਲੱਖ ਹੈ ਠੀਕ ਹੈ ਯਾਨੀ ਜਿਹੜਾ ਅਸੀਂ ਇੱਕ ਥੱਲੇ ਕ੍ਰਾਸ ਕਰਨਾ ਹੈ ਨਾ ਤੇ ਮੈਂ ਪਾਣਾ ਉਹਦਾ ਉਹਨਾਂ 40 ਲੱਖ ਦਿੱਤਾ ਹੈ ਠੀਕ ਉਸ ਵਜ੍ਹਾ ਤੋਂ अगर असी ये कहिए कोई साढ़ा 3 करोड़ लगना है तो बाद च साढ़ा 3 करोड़ पूरा ही खराब हो जाए हाँ अल्लाह ना करे तो उधर बेहतर ही असी 1.5 करोड़ से 2 जगह तो ला लिए या करोड़ करोड़ 3 तो ला लिए तो साढ़ा सारा चल जाए तो जे भैड़े हाल का भी चले तो 2 चलन दे एक जरा रुकेगा ये तो सारे इको बारी उन्होंने अपनी सलाह अंदरों अंदर कर लेनी है थले भी चल भाई अज तू रोक दीए काम वो तो नहीं ना गल होनी कोई असी बेहतरी वाली जमाने ना साडा सर्वाइवल हो जाएगा ये सारे की साडी प्रपोजल है अगों ये जे तुसीं थोड़ा बहुत रिव्यू करना चाहते हो गल इकट्ठे बैठे तो कोई गल्लां ही करनियां हाँ नहीं नहीं ਹੁਣ ਉਹ ਗੱਲਾਂ ਵੈਸੇ ਵਾਸਤੇ ਖਲਾਇਆ ਵਾ ਇਹ ਜਿਹੜੀ ਮੀਟਿੰਗ ਹੈ ਨਾ ਇਹਦੇ 'ਚ ਉਹ ਇਹ ਫੈਸਲਾ ਕੋਈ ਨਹੀਂ ਸਿਰਫ ਡਿਸਕਸ ਕਰਨੀ ਹੈ ਵਾ ਇਹ ਗੱਲ ਕੋਈ ਚੱਲਦੀ ਹੈ ਇਹਨੂੰ ਕਿਸ ਤਰ੍ਹਾਂ ਕਰੀਏ ਇਹਨਾਂ ਦੀ ਰੋਸ਼ਨੀ ਵਿੱਚ ਘਰ ਜਾ ਕੇ ਫੈਸਲਾ ਜੀ ਕਰਾਂਗੇ ਨਾ ਉਹ ਜ਼ਿਆਦਾ ਬਿਹਤਰ ਉਹਦਾ ਪਤਾ ਲੱਗਿਆ ਇਹ ਗੱਲ ਤੇ ਉੱਥੇ ਕਰਨੀ ਤੇ ਕੀਤੀ ਕੋਈ ਨਹੀਂ ਤੇ ਚਲੋ ਜਾਣ ਦਿਓ ਖਾਲਕ ਸਾਹਿਬ ਸਾਡੇ ਵਾਸਤੇ ਚੰਗੇ ਨੇ ਅਸੀਂ ਉਹਨਾਂ ਅੱਗੇ ਕਿ ਆਮੀਨ ਉਹ ਬਾਅਦ ਜਾਣਦੇ ਆਮੀਨ ਕਰ ਗਏ ਨੇ ਨਾਲ ਮੇਰਾ ਵੀ ਖਰਾਬ ਕਰ ਗਏ ਨੇ ਆਪਣਾ ਵੀ ਕਰ ਗਏ ਉਸ ਵਾਸਤੇ ਬੋਲ ਲੈਣਾ ਚੰਗਾ ਹੈ ਹਾਂ ਬਿਲਕੁਲ इतना लॉन्ग रन होता है इसमें जैसे वक्ती तौर पे बंदे खामोश हो जाते हैं ना गल सुन के चलो यार एक बड़ा अच्छा काम करता है चल यार तू चुप कर चल यार तू भी चुप कर हाँ नहीं जैसे ये 2-4 साल indirectly- गुजरते ने तो फिर ਨਹੀਂ साइड ਇਹ इफेक्ट ਡਾਇਰੈਕਟਲੀ ਤੁਹਾਡੇ ਨਾਲ ਤਾਮਨ ਤੇ ਮਦਦ ਦੀ ਇੱਕ ਸ਼ਕਲ ਹੈ ਤੇ ਤੁਹਾਡੇ ਕੰਮ 'ਚ ਜਿਹੜੀ ਕੋਈ ਖਰਾਬੀ ਸਾਨੂੰ ਨਜ਼ਰ ਆਵੇ ਬਦ ਜਾਣਤੀ ਨਾ ਕਰੀਏ ਦੱਸ ਦਈਏ ताकि यार कल ठीक ठीक है। है ਜੋ और ਅੱਗੇ अगर ਜੀ हमें भी तो सारा ਸਾਡੇ ਹੀ पता ਕੰਮ ਹੋਣਾ ਹੈ ਤੁਸੀਂ ਤੇ ਹੋ ਸਕਦਾ ਦੁਬਈ ਹੋ ਤੇ ਤੁਸੀਂ ਉਹ ਇੱਥੇ ਕੰਮ ਤੁਸੀਂ ਆਦੇ ਫੁੱਲਰਮਨ ਚ ਮੈਂ ਕਰ ਆਇਆ ਜਿਹੜਾ ਪਰ ਠੀਕ ਚੱਲਦਾ ਤੇ ਪਰ ਖੁਸ਼ੀ ਹੋਵੇ ਅਲਗ ਸਾਹਿਬ ਜਿਹੜਾ ਤੁਸੀਂ ਨੇਚਰਲ ਫਲੋ ਦੇਣਾ ਚਾਹੁੰਦੇ ਹੋ ਜਿਸ ਟਾਈਮ ਬਾਰਿਸ਼ ਦਾ ਸੀਜ਼ਨ ਹੁੰਦਾ ਹੈ ਨਾਲੇ 'ਚ ਵਾਟਰ ਫਲੋ ਵੱਧਦਾ ਹੈ ਉਸ ਟਾਈਮ ਤੁਹਾਡਾ ਉਹ ਨੇਚਰਲ ਜਿਹੜਾ ਉਹ ਉਸ ਟਾਈਮ ਕੀ ਕਰੇ ਉਸ ਟਾਈਮ ਉਸੇ ਫਲੋ ਨਾਲ ਜਾਏਗਾ ਜਿਹੜਾ ਉਹਦਾ ਫਲੋ ਚੱਲਦਾ ਉਹ ਪਾਣੀ ਨੇ ਇਸ ਨੈਚੁਰਲ ਫਲੋ ਨੂੰ ਰੋਕਣਾ ਹੀ ਲੈਵਲ ਨਹੀਂ ਵੱਧ ਜਾਂਦਾ ਹੈ ਫੇਰ ਤੁਹਾਡਾ ਨੇਚਰਲ ਫਲੋ ਪਿੱਛੇ ਹੋ ਜਾਂਦਾ ਅਗਰ ਫਰਕ ਦਾ ਸਾਡਾ ਪਾਣੀ ਜਿਹੜਾ ਬਾਹਰ ਜਾ ਰਿਹਾ ਨਾ ਉਹ ਇਹ ਜਗ੍ਹਾ ਹੈ ਇੱਥੇ ਜਾ ਰਿਹਾ ਅਗਰ ਉਹ ਨਾਲੇ ਦਾ ਅਗਰ ਅਸੀਂ ਉਹਦਾ ਪੈਪ ਦਾ ਮੂੰਹ ਉਸ ਤਰ੍ਹਾਂ ਰੱਖਦੇ ਹਾਂ ਨਾ ਚਾਹੇ ਪਾਣੀ ਨਾਲੀ ਉੱਤੇ ਚੱਲਦੀ ਹੈ ਤਾਂ ਵੀ ਉਹ ਪਾਣੀ ਨਿਕਲਦਾ ਜਾਏਗਾ ਬੈਕ ਨਹੀਂ ਮਾਰੇਗਾ ਉਧਰੋਂ ਨਹੀਂ ਆ ਸਕਲੇ ਉਸੇ ਬੰਦ ਹੋ ਜਾਏਗਾ ਜਗ੍ਹਾ ਕੋਈ ਨਾਨ ਰਿਟਰਨ ਸਿਸਟਮ ਲਾਓ ਨਹੀਂ ਉਹਦਾ ਉਹ ਨੈਚੁਰਲੀ ਸਿਸਟਮ ਹੈ ਕਿ ਅਗਰ ਜਿਸ ਤਰ੍ਹਾਂ ਪਾਣੀ ਤੁਹਾਡਾ ਜਾ ਰਿਹਾ ਨਾ ਉਸ ਤਰਫ ਹੀ ਅਗਰ ਤੁਸੀਂ ਉਸ ਪੈਪ ਦਾ ਮੂੰਹ ਆਊਟਲੈਟ ਦਾ ਪੈਪ ਦਾ ਮੂੰਹ ਉੱਧਰ ਕਰਦੇ ਹੋ ਉਹ ਪਾਣੀ ਜਿਹੜਾ ਇਹ ਪਿੱਛੋਂ ਆ ਰਿਹਾ ਉਹ ਇਹਨੂੰ ਵੀ ਖਿੱਚ ਕੇ ਨਾਲ ਅਗਾ ਨਹੀਂ ਜਾਂਦਾ ਅਬਦੁਲ ਖਾਲਕ ਸਾਹਿਬ ਤੁਸੀਂ ਜਿਹੜੇ ਵੇਲੇ ਬੋਕੀ ਥੱਲੇ ਭੇਜਦੇ ਹੋ ਬੋਰ ਕਰ ਰਹੇ ਹੁੰਦੇ ਹੋ ਤੇ ਪਾਣੀ ਬਾਹਰ ਨਹੀਂ ਨਿਕਲਦਾ ਉਸ ਬੋਕੀ ਚੋਂ ਲੇਕਿਨ ਥੱਲਿਓਂ ਲੈ ਲੈਂਦਾ ਇੱਕ ਸਾਈਡ ਉਹਦੀ ਬੰਦ ਹੁੰਦੀ ਹੈ ਜਿਹੜੇ ਵੇਲੇ ਉਹਨੂੰ ਥੱਲੇ ਛੱਡਦੇ ਆ ਜੋ ਅੰਦਰੋਂ ਬਾਹਰੋਂ ਅੰਦਰ ਆ ਜਾਂਦਾ ਉਹ ਬਾਹਰ ਨਹੀਂ ਨਿਕਲ ਸਕਦਾ ਇਹੋ ਸਿਸਟਮ ਉੱਥੇ ਲੱਗਣਾ ਇੱਕ ਅੰਦਰ ਵਾਲਾ ਜਿਹੜਾ ਪਾਣੀ ਸਾਡਾ ਹੈ ਨਿਕਲ ਜਾਏਗਾ ਲੇਕਿਨ ਬਾਹਰੋਂ ਅੰਦਰ ਨਹੀਂ ਆਉਂਦਾ ਹੈ नेचुरल फ्लो का मतलब ही ये है कि तलवार पे आ रहे हैं तो ਉਹਨੇ ਤੇ ਪਿੱਛੇ ਬੈਕ ਮਾਰ ਹੀ ਨਹੀਂ ਸਕਦਾ ਨਾ ਮੁਮਕਿਨ ਹੀ ਨਹੀਂ ਉਹ ਮੰਨੇ ਨਾਲੇ ਵਾਲੇ ਪਾਣੀ ਦੀ ਗੱਲ ਨਾਲੀ ਆ ਜਾਂਦੀ ਹੈ ਨਾ ਸਾਡਾ ਨਾਲੇ ਵਾਲੇ ਫਲੋ ਐ ਪੈ ਜਾਂਦਾ ਨਾਲੀ ਆ ਜਾਂਦੀ ਨਾਲੇ ਦਾ ਪਾਣੀ ਬੰਨ ਦਾ ਗਾਜ ਦਾ ਪੂਰਾ ਜਾਂਦਾ। ਭਰ ਜਾਂਦਾ ਨਾਲੀ ਭਰ ਜਾਂਦੀ ਤੁਹਾਡੇ ਲੈਵਲ ਤੋਂ 4 ਫੁੱਟ ਉੱਤੇ ਆ ਜਾਂਦਾ ਉੱਤੇ ਆ ਜਾਂਦਾ ਫਿਰ ਲੇਕਿਨ ਉਹ ਜਿਹੜਾ ਹੈ, ਜਿਹੜਾ ਪੈਪ ਤੁਹਾਡਾ ਪਾਣੀ ਨਿਕਲ ਰਿਹਾ ਨਾ ਉਹਨੂੰ ਖਿੱਚ ਕੇ ਬਾਹਰ ਲੈ ਜਾਏਗਾ ਅਗਰ ਇੱਥੇ ਪਾਣੀ ਤੁਹਾਡਾ ਨਾਲੀ ਬੰਦ ਬਰਾਬਰ ਹੀ ਬਾਦ ਹੈ ਨਾ ਪਿਆ ਉਹ ਬੈਕ ਫਲੋ ਮਾਰ ਕੇ ਪਿੱਛੇ ਨਹੀਂ ਜਾਏਗਾ ਇਹ ਇਨਸ਼ੋਰ ਕਰ ਲੈਣ ਦੇ ਇੰਜੀਨੀਅਰ ਕਰੇਗਾ ਇਹ ਚੀਜ਼ ਹਾਂ, ਦੀ ਇਹ ਗਾਰੰਟੀ ਚੀਜ਼, ਦੇ ਉਹ ਮੇਰੇ ਦੇਖ ਹੈ ਮੈਂ ਜਿੰਨਾ ਚਾਹੁੰਦਾ ਡਿਸਕਸ ਕੀਤੀ ਕਿ ਉਹਨਾਂ ਨੇ ਨਹੀਂ ਕਰਵਾਇਆ ਠੀਕ ਹੈ ਉਹਦੇ ਬਾਵਜੂਦ ਹੋ ਗਿਆ ਇਹਦਾ ਧਿਆਨ ਰੱਖੋ ਹੁਣ ਤੁਹਾਡੀ ਬਾਤ ਕਰਦਾ ਉਹਦੇ ਵਾਸਤੇ ਬੰਨ ਬਣਾਇਆ ਜਾਂਦਾ और ਨਹੀਂ ਲਾਹੌਰ ਇਸ ਨਹੀਂ, ਤਰ੍ਹਾਂ ਦੀ ਬੰਦ ਇੱਕ ਨਹੀਂ, ਮਿਸਾਲ ਸੀ। ਉਹਦੇ ਚ ਬਾਲ ਲਾਹੌਰ ਸਵਾਲ ਲੱਗਦਾ ਜਿਹੜਾ ਉਹ ਨਹੀਂ ਆਉਂਦੀ ਲੈ ਲਾਹੌਰ ਇਸੇ ਤਰ੍ਹਾਂ ਦੀ ਇੱਕ ਮਿਸਾਲ ਸੀ
ਉਹਨੂੰ ਕੁਝ ਅਰਸਾ ਬੁੱਢਾ ਦਰਿਆ ਕਹਿੰਦੇ ਸੀ। ਫਿਰ ਉਹ ਨਾਲਾ ਬਣ ਗਿਆ। ਮੁਨਸ਼ੀ ਹਸਪੀਟਲ ਦੇ ਨਾਲ ਅਗਲੇ ਪਾਸੇ ਉੱਥੇ ਉਹਨਾਂ ਨੇ 3-4 ਪਾਈਪ ਲਾਏ ਸਨ, ਮੋਟਰਾਂ ਲੱਗੀਆਂ ਸਨ। ਬਾਰਿਸ਼ ਹੋਵੇ, ਖੁਸ਼ਕੀ ਮੌਸਮ ਹੋਵੇ, ਸਰਦੀ ਹੋਵੇ, ਗਰਮੀ ਹੋਵੇ, ਪਿੱਛੋਂ ਪਾਣੀ ਆ ਰਿਹਾ ਹੈ। ਉਹ ਜਿਹੜੇ ਨੇ ਨਾ ਉਹ ਪਾਣੀ ਚੁੱਕ ਕੇ ਉਚਾਈ ਤੋਂ ਲੈ ਕੇ ਤੇ ਅਗਾਂ ਛੱਡਦੇ ਸਨ। ਅੱਗੇ ਜਿੱਥੇ ਛੱਡਦੇ ਸਨ ਉਹ ਪੱਕੀ ਰੋਡ ਦੇ ਥੱਲੇ ਦੀ ਰਸਤਾ ਅਗਾਂ ਪਾਰ ਪਾਣੀ ਲੱਗਦਾ ਸੀ। ਉਹਦੇ ਤੇ ਨਾ ਮੌਸਮ ਦਾ ਅਸਰ ਹੁੰਦਾ ਸੀ ਤੇ ਨਾ ਉਹਦੇ ਤੇ ਬਾਰਿਸ਼ ਦੇ ਮੌਸਮ ਦਾ ਜਾਂ ਕਿਸੇ ਸ਼ਾਇਦ ਦਾ ਨਹੀਂ। ਉਹ ਆਪਣੀ ਰੂਟੀਨ 'ਚ ਮੋਟਰਾਂ ਚੱਲਦੀਆਂ ਸਨ, ਉਹ ਪਾਣੀ ਅਗਾਂ ਛੱਡਦੇ ਰਹੇ ਨੇ। ਬਿਲਕੁਲ ਪਿੱਛੇ ਦਾ ਉਹਦੇ ਤੇ ਨਾ ਦਬਾਅ ਪਿਆ, ਨਾ ਫਲੋ ਦਾ ਅਸਰ ਪਿਆ। ਅਗਰ ਨੈਚੁਰਲ ਫਲੋ ਇੱਥੇ ਨਾ ਹੈ ਤਾਂ ਮੋਟਰ ਤੋਂ ਲੱਗ ਕੇ ਹੁੰਦੇ ਹਾਂ, ਉਹ ਤਾਂ ਇੱਥੇ ਵੀ ਮਿਸਾਲ ਦੇ ਤੌਰ ਤੇ ਤੁਹਾਡੇ ਕੋਲ ਹੈ ਛਪੜਾ ਹੈ। ਇੱਥੋਂ ਤੁਸੀਂ ਇੱਕ ਪਾਈਪ ਪਾ ਕੇ ਅਗਾਂ ਰੋਡ ਤੱਕ ਲੈ ਜਾਂਦੇ ਉੱਥੇ ਉਚਾਈ ਤੇ ਕਰਕੇ ਉੱਥੇ ਤੁਸੀਂ ਕੋ ਮੋਟਰ ਦਾ ਮਿਸਾਲ ਤੁਸੀਂ ਫਿੱਟ ਕਰ ਦਿੰਦੇ। ਉਹ ਉੱਥੋਂ ਪਿੱਛੋਂ ਪਾਣੀ ਨੂੰ ਲੈ ਕੇ ਚੁੱਕ ਕੇ ਅੱਗੇ ਤੁਹਾਡਾ ਜਿਹੜਾ ਨਾਲਾ ਉਹਨੂੰ ਸਪਲਾਈ ਕਰਦਾ। ਪਿੱਛੇ ਬਿਲਕੁਲ ਕੋਈ ਬੰਦਸ਼ ਨਹੀਂ। ਅਗਰ ਥੋੜੀ ਬਹੁਤੀ ਕਿਸੇ ਮਿੱਟੀ ਆ ਵੀ ਜਾਂਦੀ ਹੈ ਬਾਰਿਸ਼ੀ ਤੌਰ ਤੇ ਉਹ ਨਿਕਲ ਸਕਦੀ ਹੈ, ਲੇਕਿਨ ਤੁਹਾਡਾ 12 ਮਹੀਨੇ ਪਾਣੀ ਦਾ ਅਗਾ ਫਲੋ ਕਰਨ ਦੇ ਵਿੱਚ ਅਗਾ ਮੋਟਰ ਦੇ ਸੱਟਣ 'ਚ ਕੋਈ ਰੁਕਾਵਟ ਇਹਦਾ ਸੋਲੂਸ਼ਨ ਇੰਜੀਨੀਅਰ ਜਿਹੜਾ ਉਹ ਬਿਹਤਰ ਦੇਦਾ ਕੀ ਕਰਨਾ। ਉਹ ਸਾਡਾ ਤੇ ਨਹੀਂ ਐਡਾ ਹੈ। ਠੀਕ ਆ ਸਾਡੀਆਂ ਦੂਜੀਆਂ ਗੱਲਾਂ ਨੇ ਉਹ ਤੇ ਉਹ ਕਰਨ ਦੇ ਜਿਹੜੇ ਗਰੰਟੀ ਦੇਣ ਦੇ ਬਈ ਇਹ ਤੁਹਾਨੂੰ ਤਕਲੀਫ ਨਹੀਂ ਹੋਣੀ। ਉਹ ਤਾਂ ਕੋਈ ਉਹਦਾ ਉਹ ਕੋਈ ਮਸਲਾ ਨਹੀਂ। ਉਹ ਅਸੀਂ ਕੋਸ਼ਿਸ਼ ਕਰਨੇ ਆ ਕੋਈ ਨਾ ਕੋਈ ਜਿਹੜਾ ਨਾ ਨੈਸ ਬਾਗ ਦੇ ਜਿਹੜੇ ਤੁਹਾਡੇ ਇੰਜੀਨੀਅਰ ਨੇ ਲਾਹੌਰ ਵਾਲੇ ਉਹ ਤੇ ਬੜੇ ਅੱਛੇ ਨੇ। ਮੇਰਾ ਵੀ ਉਹਨਾਂ ਨਾਲ ਵਾਸਤਾ ਬੜਾ ਰਿਹਾ ਹੈ ਤੇ ਉਹ ਠੀਕ ਨੇ ਬੰਦੇ, ਕੁਆਲੀਫਾਈਡ ਨੇ। ਉਹ ਜਿਹੜੇ ਫਿਰ ਦਿੰਦੇ ਨੇ ਉਹਦੀ ਗਰੰਟੀ ਵੀ ਦਿੰਦੇ ਨੇ ਨਾਲ। ਸਾਡਾ ਤਾਂ ਪ੍ਰਪੋਜ਼ਲ ਸਿਰਫ ਹੈ ਇਹ ਬਈ ਉਹ ਕੁੜੀਆਂ ਦੇ ਸਕੂਲ ਤੋਂ ਲੈ ਕੇ ਮਾਸਟਰ ਸਕੂਲ ਦੇ ਘਰ ਤੱਕ ਇਧਰੋਂ ਅੱਗੇ ਆ ਇਹਦੇ 3 ਫਿਰ ਆਊਟਲੈਟ ਹੋ ਗਏ ਨਾ, 3 ਬਣ ਗਏ ਆਊਟਲੈਟ ਇਨਲੈਟ ਦੀ ਗੱਲ ਹੋ ਰਹੀ ਹੈ ਕਿ ਇਹ ਇਨਲੈਟ ਜਿਹੜਾ ਕੈਚ ਪੁਆਇੰਟ ਅਸੀਂ ਕਹਿ ਰਹੇ ਨਾ, ਕੈਚ ਪੁਆਇੰਟ ਤੇ ਕੁੜੀਆਂ ਦੇ ਸਕੂਲ ਤੋਂ ਅਸੀਂ ਪਾਣੀ ਉੱਥੋਂ ਲੈਣਾ ਸਾਰਾ। ਉਧਰ ਅਸੀਂ ਉਸ ਡੇਰੇ ਵਾਲਾ ਵੀ ਲੈਣਾ, ਉਧਰ ਅਸੀਂ ਇਹ ਡੇਰੇ ਤੇ ਆਬਾਸ ਦੇ ਘਰ ਵਾਲਾ ਵੀ ਲੈਣਾ, ਉਧਰ ਮਾਸਟਰ ਸਕੂਲ ਦੇ ਘਰ ਵਾਲਾ ਵੀ ਤੇ ਤੁਹਾਡੇ ਘਰ ਵਾਲਾ। ਜਿਹੜੇ 4-5 ਪੁਆਇੰਟ ਨੇ ਇਨਲੈਟ ਦੇ। ਫਿਰ ਅਸੀਂ ਇਹ ਸਾਰਾ ਕਲੈਕਸ਼ਨ ਪੁਆਇੰਟ ਸਾਡਾ ਹੈ ਜਿਹੜਾ ਸਾਡੇ ਦਰਵਾਜ਼ੇ ਦੇ ਸਾਹਮਣੇ ਜਿਹੜਾ ਇਹ ਗੱਲ ਅੱਗੇ ਜਿਹੜੀ ਪਰ ਉਹ 2 ਬਣਾਉਣੇ ਹੀ ਪੈਣੇ। ਮੈਂ ਜਿਹੜੀ ਅਰਜ਼ ਕੀਤੀ ਹੈ ਵੀ ਇੱਕ ਦੀ ਬਜਾਏ 2 ਬਣਾਓ। ਤੁਸੀਂ ਉਹ ਸਾਰੇ 3-4 ਰੁਪਏ ਇਕੱਠੇ ਕਰਕੇ ਇੱਕ ਜਗ੍ਹਾ ਤੇ ਲਿਆਉਂਦੇ ਹੋ ਨਾ, ਉਹਦੇ ਤੇ ਇਹ ਗੱਲ ਸਾਰੀ ਹੋ ਰਹੀ ਹੈ ਨਾ ਵੀ ਉਹਦੇ ਇਹ ਨੁਕਸਾਨਾਤ ਹੋ ਗਏ। ਉਹਦਾ ਕੀ ਤੁਹਾਡੇ ਦੇਣ ਤੇ ਵੀ ਉਹ 2 ਹੋਣੇ ਚਾਹੀਦੇ ਨੇ, 1 ਹੋਣਾ ਚਾਹੀਦਾ ਨਹੀਂ। 2 ਤੇ ਫਿਰ ਖਰਚਾ ਬੜਾ ਵੱਧ ਜਾਂਦਾ। ਮੈਂ ਹੁਣ ਉਹ ਦੇਖਣਾ ਸਾਨੂੰ ਜਿਹੜਾ ਭਾਜਨ ਗੱਲ ਪਤਾ ਕੀ ਹੈ, ਆਂਦੇ ਨੇ ਜਿਹੜਾ ਪ੍ਰੋਬਲਮ ਕੋਈ ਦੱਸੇ ਉਹਦਾ ਥੋੜਾ ਫਿਰ ਸੋਲੂਸ਼ਨ ਸੁਜੈਸਟ ਤੇ ਕਮ ਕਰੇ ਨਾ। ਪ੍ਰੋਬਲਮ ਦੱਸੀ ਗਈ, ਪ੍ਰੋਬਲਮ ਦੇ ਬਾਰੇ ਚੱਲ ਗਈ ਨਾ ਕੀ ਸੁਜੈਸਟ ਇਹ ਨੇ ਕਿ 2 ਆਊਟਲੈਟ ਇੱਥੋਂ ਕਬਰਸਤਾਨ ਕੋਲੋਂ ਤੇ ਇੱਕ ਸਾਡੇ ਘਰ ਦੇ ਕੋਲ। 2 ਆਊਟਲੈਟ ਦੀ ਸਿੰਗਲ ਆਊਟਲੈਟ ਦੀ ਕਾਸਟ ਕਿੰਨੀ ਆਉਂਦੀ ਹੈ ਤੇ ਰਨਿੰਗ ਕਾਸਟ ਕਿੰਨੀ ਜਿਹੜੀ ਆਨਵਰਡ ਚੱਲਦੀ ਦੇ ਵਿੱਚ, ਤੇ 2 ਆਊਟਲੈਟ ਤੇ ਕਾਸਟ ਤੇ ਕੀ ਫਰਕ ਪੈਂਦਾ ਤੇ ਰਨਿੰਗ ਕਾਸਟ ਤੇ ਕੀ ਫਰਕ ਪੈਂਦਾ। ਜਿਸੇ ਦੋਵੇਂ ਚੀਜ਼ਾਂ ਸਾਹਮਣੇ ਆ ਜਾਣਗੀਆਂ ਫਿਰ ਡਿਸੀਜਨ ਹੋ ਜਾਏਗਾ। ਫਿਰ ਤੁਸੀਂ ਉਹਦਾ ਜਿਹੜਾ ਅਖਰਾਜ ਦਾ ਪਾਈਪ ਹੈ ਉਹਦਾ ਡਾਇਮੀਟਰ ਵੀ ਤੇ ਘਟਾ ਸਕਦੇ ਹੋ ਨਾ। 2 ਦਾ ਹੋਰ ਹੋਵੇ ਤਾਂ 1 ਦਾ ਹੋਰ ਹੋਵੇ। ਲੇਕਿਨ ਜਿਹੜਾ ਅਸੀਂ ਇਹ ਅਗਰ ਕਰਦੇ ਹਾਂ ਤਾਂ ਇੱਥੋਂ ਇੱਧਰ ਇਹ ਸਾਨੂੰ ਫਿਰ 100% ਪੰਪ ਸਿਸਟਮ ਹੀ ਕਰਨਾ ਪੈਣਾ। ਪੰਪ ਸਿਸਟਮ ਤੇ ਕਿੰਨਾ ਜ਼ਿਆਦਾ ਲਾਗਤ ਆਉਂਦੀ ਹੈ ਰਫਲੀ? ਉਹ ਤੇ 1 ਕਰੋੜ ਤੱਕ। ਉਹਦੇ ਵਾਸਤੇ ਕੀ ਉਹ ਪੂਰਾ ਇੱਕ ਖੂਹ ਬਣਾਉਂਦੇ ਨੇ, ਖੂਹ ਦੇ ਫਿਰ ਉਹ 2 ਮੋਟਰਾਂ ਲਾਉਂਦੇ ਨੇ। ਅਗਰ ਇੱਕ ਖਰਾਬ ਹੋ ਜਾਏ ਤਾਂ ਦੂਸਰੀ ਚੱਲੇ, ਉਹਦੇ 'ਚ ਆਟੋਮੈਟਿਕ ਉਹ ਸਿਸਟਮ। ਉਹ RCC ਸਾਰੀਆਂ ਦੁਬਾਰਾ ਉਹਦੇ ਮਸ਼ੀਨ ਦਾ ਫਿਲਟਰ, ਪੱਖਾਂ ਦਾ ਫਿਲਟਰੇਸ਼ਨ ਸਾਰਾ ਉਹ ਸਿਸਟਮ ਲਾ ਕੇ ਬਣਦਾ। ਜਿਕਣਾ ਗਵਰਨਮੈਂਟ ਬਣਾ ਰਹੀ ਹੈ ਹੁਣ। ਨਹੀਂ, ਲੇਕਿਨ ਅਗਰ ਤੁਸੀਂ ਉਹ ਇੱਕ ਬਣਾਉਂਦੇ ਹੋ 2-4 ਸਾਲ ਬਾਅਦ ਉਹ ਬੰਦ ਹੋ ਜਾਂਦਾ ਹੈ, ਇਹਦੇ 'ਚ ਗੰਦ ਆ ਕੇ। ਨਹੀਂ, ਉਹਦੇ 'ਚ ਤਾਂ ਪੂਰਾ ਸਿਸਟਮ ਹੈ ਨਾ, ਗੰਦ ਨਹੀਂ ਹੁੰਦਾ। ਉਹਦੇ ਗੰਦ ਆਉਂਦਾ ਜਦੋਂ ਫਿਲਟਰ ਹੋ ਸਿਸਟਮ ਪੂਰਾ ਲੱਗਦਾ ਨਾ ਤੇ ਉਹਦੇ ਜੋ ਮਿੱਟੀ ਕੱਟਾ ਕੱਖ ਗੰਦ ਕੋਈ ਚੀਜ਼ ਨਹੀਂ ਆਉਂਦੀ। ਉਸੇ ਹਿਸਾਬ ਨਾਲ ਮੋਟਰ ਲੱਗੀ ਹੁੰਦੀ ਹੈ, ਪਾਣੀ ਵੀ ਲੇਕਿਨ ਉਹਦੇ ਵੀ ਇੱਕ ਹੋ ਗਿਆ ਬੜੇ ਨਿਕਲ ਕੇ ਥੱਲੇ ਨਿਕਲਦਾ ਫਿਰ ਉਹਦੇ ਫਿਰ ਇੱਕ ਤੇ ਤੁਸੀਂ ਜ਼ਿਆਦਾ ਐਗਰੀ ਕਰਦੇ ਹੋ, ਇੱਕ ਹੀ ਹੋ। ਮੇਰਾ ਤਾਂ ਇਹ ਹੈ ਮੈਂ ਲੇਕਿਨ ਮੈਂ ਚਾਹੁੰਦਾ ਕਿ ਮੇਰੇ ਕੋਲ 5-6 ਦਿਨ ਹੈ ਤੇ ਮੈਂ 2-4 ਇੰਜੀਨੀਅਰ ਬਣਾ ਲੈਂਦਾ। ਉਹਨਾਂ ਦਾ ਮੇਨ ਟਾਈਮ ਡਿਸਕਸ ਕਰ ਲੈਂਦੇ ਆ। ਉਹਨਾਂ ਨੂੰ ਫਰਾਈਡੇ ਨੂੰ ਫਿਰ ਬਾ ਕੇ ਫਿਰ ਉਹਨਾਂ ਕਰਨ ਦੇ ਤੁਸੀਂ ਪ੍ਰਪੋਜ਼ਲ ਦਿਓ। ਇਹ ਜਿਹੜੀਆਂ ਗੱਲਾਂ ਹੋਈਆਂ ਨੇ ਨਾ ਇੱਥੇ ਬਹਿ ਕੇ, ਇਹ ਸਾਡੀਆਂ ਸਿਰਫ ਸੁਜੈਸ਼ਨ ਸਨ, ਗੱਲਾਂ ਸਨ।
ਗੱਲਾਂ ਆਸ਼ਾ ਨੇ ਵਕੰਦਾ ਫੈਸਲਾ ਕਿ ਨਹੀਂ ਅਸੀਂ ਹਾਂ, ਹਾਂ, ਉਹ ਇਹ ਵੀ ਬਣਾ ਕੇ ਕੀਤੀ ਹੈ ਡਿਸਕਸ ਕਰੋ ਕਿ ਅਸੀਂ ਕਿਸੇ ਗੱਲ ਦੀ ਹਿੰਡਰੈਂਸ ਨਹੀਂ ਪੈਦਾ ਕਰ ਰਹੇ। ਇੱਕ ਬਣਾਓ ਤੇ ਭਾਵੇਂ ਅੱਧੇ ਤੇ ਕੰਮ ਚੱਲੇ, ਤੁਸੀਂ ਚਲਾਓ। ਜੇ ਹੁਣ ਕੀ ਵੀ ਅਸੀਂ ਕਰਨੇ, ਹੁਣ ਕੋਈ ਹੈ ਕੁਝ ਵੀ ਨਹੀਂ ਨਾ, ਤੇ ਜੋ ਕਰਨਾ ਉਹ ਜ਼ਾਫੀ ਹੈ ਨਾ। ਤੁਸੀਂ ਇੱਕ ਤੇ ਕੰਮ ਚੱਲਦਾ 100 ਵਿੱਚ ਚਲੇ ਜਾਓ, ਅੱਧੇ ਤੇ ਚੱਲਦਾ ਅੱਧੇ ਤੇ ਚਲਾਓ। ਅਸੀਂ ਚੂੰਕਿ ਉੱਥੇ ਕਰੀਬ ਰਹਿੰਦੇ ਤੇ ਸਾਨੂੰ ਕੋਈ ਸਾਡੀ ਰਿਜ਼ਰਵੇਸ਼ਨ ਕੋਈ ਨਹੀਂ ਵੀ ਅਸੀਂ ਕਰੀਬ ਰਹਿੰਦੇ ਤਾਂ ਪਾਣੀ ਸਾਨੂੰ ਰਾਤੀ ਉੱਠ ਕੇ ਮਾਰੇ ਕਰੇਗਾ, ਫਿਲਹਾਲ ਉਹ ਕੋਈ ਐਸੀ ਗੱਲ ਨਹੀਂ। ਸਾਰੇ ਦੱਸਦੇ ਨਾ ਜਾਂਦਾ ਉਹ ਜਾਣ। ਛੱਪੜ ਵਾਲਾ ਛੱਪੜ ਤੇ ਜਦੋਂ ਬਾਰਿਸ਼ ਆਉਂਦੀ ਹੈ ਪਾਣੀ ਉੱਤਾ ਚੜਦਾ ਹੈ, ਉਹ ਕਬਰਸਤਾਨ 'ਚ ਜਾਂਦਾ ਹੈ, ਰਸਤੇ 'ਚ ਖਲੋਤਾ ਹੈ। ਉੱਥੇ ਅਸੀਂ ਮੋਟਰ ਲਾ ਕੇ ਜਿਸ ਤਰ੍ਹਾਂ ਮੁੰਡੇ ਨੇ ਲਾਈ ਸੀ ਉਸ ਤਰ੍ਹਾਂ ਅਸੀਂ ਲਾ ਕੇ ਉਹਦਾ ਪੰਪ ਸਿਸਟਮ ਨਾਲ ਬਾਹਰ ਕੱਢ ਸਕਦੇ ਹਾਂ। ਇੱਧਰ ਕਰਦੀ ਉਹ ਚੱਲਦਾ ਰਹੇਗਾ। ਅਬਦੁਲ ਹਾਲਿਕ ਸਾਹਿਬ, ਇੱਕ ਚੀਜ਼ ਜਿਹੜੀ ਹੈ ਦੇਖੋ, ਅਗਰ ਅਸੀਂ ਫਰਜ਼ ਕਰਨਾ ਹੈ ਕਿ ਇਹ ਚਾਚਾ ਮਕਬੂਲ ਦਾ ਘਰ ਹੈ, ਤੇ ਇਹ ਬੱਚੀਆਂ ਦਾ ਸਕੂਲ ਹੈ, ਤੇ ਇਹ ਕਬਰਸਤਾਨ ਹੈ। ਬੱਚੀਆਂ ਦੇ ਸਕੂਲ ਤੋਂ ਕਬਰਸਤਾਨ ਤੱਕ ਤੇ ਪਾਣੀ ਪਹੁੰਚਣਾ ਹੀ ਪਹੁੰਚਣਾ ਹੈ। ਇਹ ਨੈਚੁਰਲ ਕੰਟਰੋਲ ਦੇ ਤਹਿਤ ਪਹੁੰਚ ਰਿਹਾ। ਇਹ ਅਬਾਸ ਦਾ ਘਰ ਹੈ। ਇੱਥੋਂ ਇੱਧਰ ਜਾਣ ਵਿੱਚ ਤੁਸੀਂ ਕਹਿੰਦੇ ਹੋ ਕਿ ਪਹਿਲਾਂ ਇੱਥੋਂ ਇੱਥੇ ਲਿਆਵੀਏ ਤਾਂ 12 ਫੁੱਟ ਥੱਲੇ ਜਾਣਾ ਪੈਂਦਾ, ਲੇਕਿਨ ਇੱਥੋਂ ਇੱਥੇ ਲਿਆਉਣਾ ਤੇ ਫਿਰ ਤਾਂ 12 ਫੁੱਟ ਥੱਲੇ ਨਹੀਂ ਜਾਣਾ ਪੈਣਾ, ਫਿਰ ਤੇ 2-3 ਫੁੱਟ 4 ਫੁੱਟ ਜਾਣਾ ਪਵੇਗਾ ਨਾ। ਉਹ ਜਿਹੜਾ ਤੁਹਾਡਾ ਜਿਹੜਾ ਪੁਆਇੰਟ ਹੈ ਨਾ ਉਹ ਮੇਨ ਪੁਆਇੰਟ ਹੈ ਨਾ, ਉਧਰੋਂ ਇੱਧਰ ਆਵੇ ਤਾਂ ਨਹੀਂ ਨਹੀਂ, ਇੱਕ ਮਿੰਟ। ਅਬਾਸ ਦੇ ਘਰ ਤੋਂ ਜਿਹੜਾ ਇੱਧਰ ਵਾਲੇ ਘਰ ਨੇ, ਇੱਧਰ ਪਾਣੀ ਇੱਧਰ ਚਲਾ ਜਾਏ, ਜਿਹੜੇ ਇੱਧਰ ਵਾਲੇ ਘਰ ਨੇ ਉਹਨਾਂ ਦਾ ਪਾਣੀ ਇੱਧਰ ਚਲਾ ਆਵੇ, ਤੇ ਤੁਹਾਡੀ ਉਹ ਜਿਹੜਾ ਨਾ ਉੱਠ ਕੇ ਉੱਤੇ ਆ ਜਾਏਗੀ। ਪਿੰਡ ਦੇ ਵਿੱਚ ਹੈ ਨਾ, ਉਹਦੇ 'ਚ ਤੇ ਪੈਪ ਦਾ ਅਸੀਂ ਸੋਚੇ ਹੀ ਨਹੀਂ। ਗੋਲ ਕਰੇ ਤੋਂ ਅੰਦਰ ਜਿਹੜਾ ਪੈਪ ਹੈ ਨਾ, ਉਹਦਾ ਤੇ ਰੇਂਜ ਅਸੀਂ ਹੈ ਜਦੋਂ ਜਿੱਥੇ ਨੈਚੁਰਲ ਸਲੋਪ ਜਾ ਰਹੀ ਹੈ ਬਹਿਣੀਆਂ ਦੀ, ਉਸ ਤਰ੍ਹਾਂ ਜਾਏਗੀ ਬਾਹਰ। ਜਦੋਂ ਗੋਲ ਕਰੇ ਤੇ ਜ਼ਿਆਦਾ ਪਾਣੀ ਤੋਂ ਉਹਦੇ ਵਿੱਚ ਡਿਪ ਹੋਏਗਾ। ਨੈਚੁਰਲ ਸਲੋਪ ਇਸ ਵਕਤ ਕੀ ਹੈ? ਅਬਾਸ ਦੇ ਘਰ ਤੋਂ ਪਾਣੀ ਕਿਹੜੇ ਪਾਸੇ ਜਾ ਰਿਹਾ? ਛੱਪੜ ਵਾਲੇ ਪਾਸੇ ਆ ਰਿਹਾ ਨਾ? ਨਹੀਂ ਨਹੀਂ, ਜਿਹੜੇ ਉਹ ਉੱਤੇ ਚੱਲਦਾ ਉਹ ਜਾਏਗਾ। ਨਹੀਂ ਨਹੀਂ, ਪਰਲੇ ਘਰਾਂ ਦਾ ਪਾਣੀ ਪਰਲੇ ਪਾਸੇ ਜਾ ਰਿਹਾ, ਤੇ ਜਿਹੜਾ ਪਾਈਪ ਫਿਰਦੇ ਵਾਲਾ ਘਰ ਹੈ ਉਹਨਾਂ ਤੋਂ ਇੱਧਰ ਆ ਰਿਹਾ। ਜਿਹੜਾ ਇਹ ਜਾ ਰਿਹਾ ਕੁਝਾਂ ਦਾ ਇੱਧਰ ਆ ਰਿਹਾ, ਕੁਝਾਂ ਦਾ ਉੱਧਰ ਜਾ ਰਿਹਾ। ਮੈਂ ਵੀ ਉਹੀ ਗੱਲ ਕਰਦਾ ਕਿ ਜਿਨ੍ਹਾਂ ਦਾ ਇੱਧਰ ਪਹਿਲਾਂ ਤੋਂ ਇੱਧਰ ਆ ਰਿਹਾ ਨਾ, ਉਹਨਾਂ ਨੂੰ ਇੱਧਰ ਹੀ ਮਰਜ ਕਰ ਲਿਆ ਜੇ। ਜਿਨ੍ਹਾਂ ਦਾ ਉੱਧਰ ਜਾ ਰਿਹਾ ਉਹਨਾਂ ਨੂੰ ਉੱਧਰ ਮਰਜ ਕਰ ਲਿਆ ਜੇ। ਇਸ ਨਾਲ ਤੁਹਾਡਾ ਪਿੰਡ ਪੂਰਾ ਦੋ ਹਿੱਸਿਆਂ 'ਚ ਤਕਸੀਮ ਹੋ ਜਾਏਗਾ, ਜਿਹੜਾ ਕਿ ਅਬਾਸ ਦੇ ਘਰ ਤੋਂ ਅੱਗੇ ਮਸਜਿਦ ਦੇ ਕੋਲ ਲੰਘ ਚੜ੍ਹਦੇ ਮਹੱਲੇ ਤੱਕ ਚਲਾ ਜਾਏਗਾ। ਇਹ ਕੁਝ ਪਾਣੀ ਪਹਿਲਾਂ ਹੀ ਇੱਧਰ ਛੱਪੜ ਵਾਲੇ ਪਾਸੇ ਆ ਰਿਹਾ, ਜਿਹੜਾ ਇੱਧਰ ਆ ਰਿਹਾ ਨਾ ਉਹਨੂੰ ਛੱਪੜ ਵਾਲੇ ਪਾਸੇ ਕਰਕੇ ਇੱਥੋਂ ਆਊਟਲੈਟ ਕਰਦਾ। ਨਹੀਂ, ਜਿਹੜਾ ਉੱਧਰ ਜਾ ਰਿਹਾ ਉਹ ਸਾਡੇ ਘਰ ਪਾਸੇ ਅਸੀਂ ਆਊਟਲੈਟ ਫਿਰ ਕਰਦਾ। ਆਪੇ ਜੀ ਲੱਗੇ ਰਹਾਂਗੇ ਕੋਈ ਇਧਰੋਂ ਪਾਣੀ ਇਹਨਾਂ ਨਾਲੇ 'ਚ ਖੰਡੇ ਹੀ ਜਾਣੀ ਜਿਹੜੀ ਗੱਲ ਕੀ ਹੁੰਦੀ ਨਹੀਂ, ਇੱਧਰ ਇੱਕ ਆਪਸ਼ਨ ਹੈ। ਨਹੀਂ ਇੱਧਰ ਜਿਹੜੀ ਆਪਸ਼ਨ ਹੈ, ਸਾਨੂੰ ਇੱਥੇ ਛੱਪੜ 'ਚ ਮੋਟਰ ਲਾਣੀ ਪੈਣੀ ਹੈ। ਉਹ ਲਾ ਕੇ ਉਹ ਪਾਇਪ ਪਾ ਕੇ ਜਿੱਕਣ ਤਾਂ ਸ਼ਹਿਰ ਤੁਸੀਂ ਦੇਖਣਾ, ਮੈਂ ਕੱਲ ਗਿਆ ਪੈਪ ਉਹਨਾਂ ਪਾਉਂਦੇ ਨੇ ਜਾ ਕਚਹਿਰੀ ਰੋਡ ਤੋਂ ਬਾਅਦ ਕਚਹਿਰੀ ਚੌਕ ਤੋਂ। ਉਹ UPVC ਕੋ ਪਾਵਰ ਪ੍ਰੈਸ਼ਰ ਵਾਲਾ ਪਾਇਪ ਹੁੰਦਾ ਹੈ। ਹਾਂ, PVC ਉਹ ਪੈਪ ਸਾਡੇ ਇੱਥੋਂ ਸਾਰਾ ਪਾ ਕੇ ਥੱਲੇ ਦੱਬ ਕੇ ਤੇ ਨਾਲ ਹੀ ਛੱਡਣਾ ਪਊਗਾ। ਜਦੋਂ ਇਹ ਪਾਣੀ ਸਾਨੂੰ ਕੱਢਣਾ ਪਊਗਾ ਸਾਨੂੰ ਮੋਟਰ ਚਲਾਣੀ ਪੈਣੀ। ਹਾਂ, ਉਹ ਮੋਟਰ ਹਰ ਟਾਈਮ ਚੱਲੇਗੀ, ਉਹ ਚੱਲਦਾ ਰਹੇਗਾ। ਉਹਦੇ ਐਕਸਪੈਂਸਿਵ ਉਹ ਚੱਲਦੇ ਰਹਿਣੇ ਨੇ, ਉਹ ਫਿਰ ਸਾਨੂੰ ਬੇਅਰ ਕਰਨੇ ਪੈਣੇ ਸਾਰੇ ਪਿੰਡ ਵਿੱਚ। ਉਹ ਇਹ ਗੱਲ ਮੈਂ ਅਰਜ਼ ਕਰ ਲਿਆ ਵੀ ਤੁਸੀਂ ਜਿਹੜਾ ਤੁਹਾਡੀ ਪਲਾਨਿੰਗ ਹੈ ਕਿ ਅਸੀਂ ਸਾਰਾ ਉਧਰ ਲੈ ਜਾਂਦੇ ਹਾਂ, ਉਹਦੇ ਨਾਲ ਤੇ ਉਹ ਖਰਚਾ ਬਚ ਹੀ ਜਾਂਦਾ ਹੈ। ਹਾਂ, ਕੁਝ ਗੱਲ ਕੀ ਕਿਸੇ ਨੂੰ ਪਰੇਸ਼ਾਨੀ ਉਹਦੇ ਚ ਤੁਸੀਂ ਜਨਾਬ ਨਾਲ ਜੇ ਬੁਲਾ ਕੇ ਡਿਸਕਸ ਕਰੋ, ਜੇ ਜਾਂਦਾ ਉਧਰ ਤੁਸੀਂ ਖੜੋ ਪਾਣੀ। ਜਿੱਕਣ ਮੈਂ ਬਿਹਤਰ ਸਮਝਦੇ ਰਹੂੰ ਜੇ ਕਰੋਗੇ, ਜਿੱਕਣ ਇੰਜੀਨੀਅਰ ਕਹਿੰਦਾ ਉਹਨਾਂ ਦਾ ਸਲਾਹ ਨਾਲ ਹੀ ਹੋਣਾ ਨਾ। ਉਹਨੂੰ ਮੈਂ ਪਹਿਲਾਂ ਹੀ ਦੱਸਿਆ ਨਾ, ਮੈਂ ਆਖਿਆ ਵਾ ਕਿ ਆਪਣੀ ਇਹ ਮੀਟਿੰਗ ਕਰ ਰਹੇ ਆ ਕਿ ਕੀ ਮਤਲਬ ਅਗਰ ਕੋਈ ਐਸਾ ਵੀ ਗੱਲ ਹੋ ਜਾਂਦੀ ਹੈ। ਪੂਰਾ ਜਾਲੀ ਫਿਲਟਰ ਸਿਸਟਮ ਸਾਰਾ ਲੱਗੇ ਉਹ ਤਾਂ ਪੂਰਾ ਸਿਸਟਮ ਹੋ ਜਾਣਾ, ਕਚਰੇ ਛਚਰੇ ਤੇ ਗੱਲ ਹੀ ਨਹੀਂ ਨਾ ਜਾਣਾ। ਤੁਸੀਂ ਸਮਝਦੇ ਹੋ ਉਸ ਕੰਮ ਨੂੰ ਫਾਈਨਲ ਉਹਨਾਂ ਕੋਈ ਗੱਲ ਸਾਡਾ ਵੀ ਕਿਸੇ ਦਾ ਕੋਈ ਇਤਰਾਜ਼ ਨਹੀਂ ਹੈ, ਗੱਲਾਂ ਜਿੰਨੀਆਂ ਵੀ ਕਰਨੇ ਚਲੋ ਇਹਦੇ ਚ ਕੋਈ ਵੱਲ ਗੱਲ ਹੋਈ ਤੇ ਲੈ ਲਿਓ, ਬਾਕੀ ਛੱਡ ਦਿਓ। ਨਹੀਂ ਇਹ ਤੇ ਸੁੰਨਤ ਤਰੀਕਾ ਹਾਂ, ਹੈ ਜੀ। ਸ਼ਾਮ ਇਹ ਨੂੰ ਗੱਲ ਰੇਟ ਦੋ ਦੁਕਾਨਾਂ ਤੋਂ ਪੁੱਛਣਾ ਕੋਈ ਬੁਰਾਈ ਨਹੀਂ ਹੁੰਦੀ, ਗੱਲ ਕਰਨਾ ਕੋਈ ਬੁਰਾਈ ਨਹੀਂ। ਸ਼ਾਵਰਤ ਦੇ ਵਿੱਚ ਹੀ ਬਿਹਤਰੀ ਜੇ ਜਿੰਨੇ ਬੰਦੇ ਆਏ ਨੇ ਆਖਣ ਵੀ ਜੋ ਖਾਲਕ ਸਾਹਿਬ ਕੀਤਾ ਠੀਕ ਹੈ, ਤੁਸੀਂ ਆਣਾ ਮੈਂ ਇਹਨਾਂ ਨੂੰ ਬੁਲਾਇਆ ਯਾਰ ਕਿਸ ਵਾਸਤੇ ਮੈਨੂੰ ਗੱਲ ਹੀ ਕੋਈ ਨਹੀਂ ਦਿੱਤੀ। ਹਾਂ, ਨਹੀਂ ਨਹੀਂ, ਇਹ ਮੈਂ ਕੁਝ ਬਣਾਈਆਂ ਨੇ ਇੱਕ ਦੋ ਸਾਰੇ ਇੱਕ ਦੋ ਦੋਸਤਾਂ ਨੇ ਨਾ। ਜਾਣਕਾਰੀ ਨਾਲ ਮਿੱਤਰਾ ਦੇਣਾ ਜਿਹੜਾ ਨਾ ਉਹ ਚਲੋ ਉਹ ਹੁਣ ਮੇਰੇ ਹਲੇ ਹੋ ਗਿਆ ਕੰਮ। ਕਿਉਂਕਿ ਉਹਦੇ 'ਚ ਸਭ ਤੋਂ ਵੱਡਾ ਮੇਰੇ ਵਾਸਤੇ ਟੈਨਸ਼ਨ ਹੈ, ਫਿਰ ਕਿਦਾ ਪੈਸੇ ਲਾ ਕੇ ਕੱਲ ਨੂੰ ਫੇਲ ਹੋ ਜਾਂਦਾ ਤੇ ਉਹ ਪਾਸ ਹੋਣੇ ਦਾ ਸ਼ਾਬਾਸ਼ ਥੋੜੀ ਲੱਭਣੀ ਹੈ ਤੇ ਗੁਨਾਹ ਤੇ ਗਾਲਾਂ ਬਹੁਤੀਆਂ ਪੈਣੀਆਂ। ਤੇ ਕੋਈ ਬੰਦਾ ਕਿਸੇ ਨੇ ਕਰਨਾ ਤਾਂ ਉਹਨੇ ਕੋਸ਼ਿਸ਼ ਕਰਦਾ ਸਵਾਬ ਲੈਣੇ ਵਾਸਤੇ ਕਿ ਲੋਕ ਕਹਿਣ ਯਾਰ ਇਸ ਬੰਦੇ ਨੇ ਚੰਗਾ ਕੀਤਾ, ਤੇ ਜੇ ਉਹ ਗਾਲਾਂ ਕੱਢਣ ਤਾਂ ਸਾਡੇ ਵਾਸਤੇ ਪਰ ਬੜਾ ਤੁਹਾਡੀ ਠੀਕ ਹੈ। ਨੀਅਤ ਠੀਕ ਹੈ ਨਾ, ਅੱਲਾਹ ਤਾਲਾ ਰਾਜ਼ੀ ਹੁੰਦਾ ਹੈ, ਬਾਕੀ ਗੱਲਾਂ ਤੇ ਬੰਦਾ ਤੇ ਇਨਸਾਨ ਬਾਤ ਕਦ ਹੁੰਦਾ ਹੀ ਨਹੀਂ ਰਾਜ਼ੀ। ਉਹਦੇ ਉਹਨਾਂ ਨੂੰ ਵੀ ਰਾਜ਼ੀ ਕਰਨ ਦੀ ਇਹ ਕੋਸ਼ਿਸ਼ ਹੈ ਵੀ ਹੁਣ ਉਹਦੇ ਵਾਸਤੇ ਫਿਰ ਦੋ ਚਾਰ ਜਿਹੜੇ ਐਕਸਪਰਟ ਹੁੰਦੇ ਇੰਜੀਨੀਅਰ ਕੰਪਨੀਆਂ ਉਹਨਾਂ ਸਾਰੇ ਕੋਲ ਡਿਸਕਸ ਕਰਕੇ ਵੀ ਜੋ ਕਹਿਣ ਦੇ ਵੀ ਠੀਕ ਜੀ ਇਹ ਹੋ ਸਕਦਾ, ਉਹਨੂੰ ਫਿਰ ਅਸੀਂ ਅੱਗੇ ਲੈ ਕੇ ਚੱਲਾਂਗੇ। ਤੇ ਜਾਂ ਫਿਰ ਜਿਸ ਤਰ੍ਹਾਂ ਅਗਰ ਇਹ ਪਾਣੀ ਇਹਨੂੰ ਅਸੀਂ ਮੋਟਰ ਲਾ ਕੇ ਇੱਧਰ ਕੱਢ ਦਈਏ, ਉਹ ਜਿਹੜਾ ਪਰਲਾ ਪਾਣੀ ਹੈ ਸਾਡੇ ਮਾਛੀਆਂ ਵਾਲਾ ਪੁਆਇੰਟ ਵਾਲਾ, ਉਧਰੋਂ ਦੇ ਅਸੀਂ ਪਰਾਂ ਲੈ ਜਾਂਦੇ ਹਾਂ
ਉਹਦੇ ਪੰਪ ਵਾਲੇ ਪਾਸੇ, ਫਿਰ ਤੁਹਾਡੇ ਵਾਲਾ ਇਹ ਪੁਆਇੰਟ ਰੁਕ ਜਾਂਦਾ। ਆਓ ਇਹ ਇੰਨਾ ਕੰਜਸਟਡ ਹੈ ਕਿ ਹੋਰ ਅਗਲੇ 10 ਸਾਲਾਂ ਨੂੰ ਇਹ ਪਾਣੀ ਕਿਸੇ ਪਾਸੇ ਲੰਘਣ ਹੀ ਨਹੀਂ ਦੇਣਾ। ਉੱਥੇ ਰੌਲਾ ਬਣ ਜਾਂਦਾ। ਨਹੀਂ ਠੀਕ ਹੈ, ਜੋ ਵੀ ਕਰਦੇ ਹੋਈ ਇਹਦੇ ਵਿੱਚ ਇੱਕ ਹੋਰ ਵੀ ਹੈ ਜਿਹੜਾ ਸ਼ੌਰ ਜਾਗਰ ਕਰਨ ਵਾਲੀ ਗੱਲ ਹੈ ਕਿ ਸਾਰੇ ਲੋਕ ਘਰਾਂ ਜਾਣ ਆਪਣੇ ਬੱਚਿਆਂ ਨੂੰ, ਬੀਵੀਆਂ ਨੂੰ ਕੂੜੇ ਵਾਲਾ ਲੱਗਾ ਹੈ। ਇੱਕ ਸ਼ੌਰ ਡਿਵੈਲਪ ਕਰਨਗੇ, ਕੋਈ ਬੰਦਾ ਸੜਕਾਂ 'ਚ ਅੱਗੇ ਪਿੱਛੇ ਕੂੜਾ ਨਾ ਸੱਟੇ। ਬੰਦੇ ਇਕੱਠੇ ਇਹਨੂੰ ਇਸ ਵਕਤ ਨਾਲ ਗੱਲ ਉਹ ਇੱਕ ਕਰਨਾ ਪੁਆਇੰਟ ਚਾਹੀਦਾ ਜਿਹੜਾ ਨਾ ਉਹ ਵੀ ਤੁਸੀਂ ਠੀਕ ਕੀਤਾ ਸੀ ਖੜੀ। ਮੈਂ ਉਹ ਡਸਟਬਿਨਾਂ ਗਰਾਊਂਡ 'ਤੇ ਰੱਖੀਆਂ ਨੇ, ਪਿੰਡ ਵਾਸਤੇ ਵੀ ਮੈਂ ਆਉਂਦੀਆਂ ਨੇ। ਕਿ ਉਹਦੇ ਹੀ ਨਹੀਂ ਛੱਡਦੇ ਪਰਾਂ ਮੈਂ ਦੱਸਦਾ ਪਿੰਡ 'ਚ ਵੀ ਮੈਂ ਆਉਂਦੀਆਂ ਨੇ, ਪਿੰਡ ਵਾਸਤੇ ਵੀ ਉਹ ਹਰ ਚੌਕ 'ਚ ਇੱਕ ਇੱਕ ਰੱਖ ਦਿੰਦੇ ਆ। ਹੁਣ ਪਿੰਡ 'ਚ ਅਸੀਂ ਨਾ ਮੁੰਡਿਆਂ ਦੇ ਵਿੱਚ ਛੱਡ ਦਿੰਦੇ। ਮੈਂ ਕਿਹਾ ਮੈਂ ਬੰਦੇ ਦੇ ਛਾਪਰ ਖੜਿਆ ਹੁਣ ਪਿੰਡ 'ਚ ਫਿਰਦਾ ਪਿਆ, ਕਿੱਥੇ ਸੱਟੇ ਜਗ੍ਹਾ ਕੋਈ ਉਹਦੇ ਵਾਸਤੇ ਮੈਂ ਡਸਟਬਿਨਾਂ ਪਵਾਈਆਂ ਨੇ। ਉਹ ਪਿੰਡ ਵਿੱਚ ਸ਼ੌਰ ਡਿਵੈਲਪ ਕਰਨ ਦੀ ਬੜੀ ਸਖਤ ਜ਼ਰੂਰਤ ਹੈ। ਉਹ ਮਿਹਨਤ ਕਰ ਰਹੇ ਉਹ ਹਰ ਬੰਦਾ ਉਹਨੂੰ ਕੂੜਾ ਦੇ, ਬੰਦੇ ਨੂੰ ਪ੍ਰੋਪਰ ਤਰੀਕੇ ਨਾਲ ਦੇ, ਤਾਂ ਕਿ ਮੁਲਕ ਸ਼ਹਿਰ ਤੁਹਾਡੇ ਪਿੰਡ ਦੇ ਅੰਦਰ ਘੱਟ ਤੋਂ ਘੱਟ ਗੰਦਗੀ ਦਾ ਨਹੀਂ। ਇੱਕ ਤੇ ਕੂੜਾ ਉਹ ਡੱਬੇ 'ਚ ਸੱਟਣ ਦੇ, ਡੱਬੇ 'ਚ ਉਹ ਚੁੱਕ ਕੇ ਲੈ ਜਾਣ। ਲੇਕਿਨ ਫਿਰ ਮੈਨੂੰ ਬੰਦਿਆਂ ਨੇ ਕੀ ਕਿਹਾ, ਉਹਨਾਂ ਕਿਹਾ ਜੀ ਬੰਦਿਆਂ ਨੇ ਉਹਨਾਂ ਨੂੰ ਪੈਸੇ ਨਹੀਂ ਦੇਣੇ। ਉਹਨਾਂ ਕਹਿੰਦੇ ਜੀ ਅਸੀਂ ਤਾਂ ਕੂੜਾ ਉਹਦੇ ਛੱਡ, ਅਸੀਂ ਕਿਹੜਾ ਤੁਹਾਨੂੰ ਸੱਟਣਾ। ਉਹ ਗੱਲ ਬਜਾਏ ਹੁਣ ਉਹਦੇ ਨੇ ਉਹ ਚਿੰਗ ਚ ਠੀਕ ਹੈ। ਨਹੀਂ ਉਹ ਚਿੰਕੀ ਵਾਲੇ ਖੜਨ ਦੇ। ਲੇਕਿਨ ਉਹ ਸੱਟਣ ਮੇਰੇ ਹੱਥ 'ਚ ਛਾਪਰ ਹੈ। ਮੈਂ ਉਹ ਛਾਪਰ ਸੱਟਣਾ ਕਿੱਥੇ? ਮੈਂ ਗਲੀ 'ਚ ਮੈਂ ਜਾਣਾ, ਮੇਰੇ ਹੱਥ 'ਚ ਛਾਪਰ ਹੈ, ਉਹ ਮੈਂ ਸੱਟਣਾ ਕਿੱਥੇ? ਮੈਂ ਸਾਰਾ ਪਿੰਡ ਫਿਰਾਂ ਤਾਂ ਮੈਨੂੰ ਜਗ੍ਹਾ ਨਹੀਂ ਲੱਭਣੀ। ਉਹ ਭਾਈ ਹਾਲੇ ਕਿ ਘਰ ਵਾਲੇ ਜਿਹੜਾ ਖੜ ਰਹੇ ਉਹ ਨੇ ਚੀਨ ਉਹ ਛਾਪਰ ਦਾ ਖੜਨ ਮੈਂ ਨਾ ਸੋਚਿਆ ਕਿ ਉਹ ਛਾਪਰ ਵਾਸਤੇ ਪਿੰਡ 'ਚ ਕੁਝ ਪੁਆਇੰਟਾਂ ਦੇ ਡਸਟਬਿਨਾਂ ਮੈਂ ਰੱਖ ਦੇਣਾ। ਨਹੀਂ 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 ਉਹ ਨਾ ਕਰਿਓ, ਆਪ ਜਾ ਕੇ ਡੱਬੇ ਸੱਟੇ, ਉਹਨੇ ਕਿੰਨੇ ਪੈਸੇ ਦੇਣੇ? ਬੀਬੀਆਂ ਉਹਨਾਂ ਨੂੰ ਕੋਈ ਪੈਸਾ ਨਹੀਂ, ਬੀਬੀਆਂ ਹੀ ਘਰ ਹੁੰਦੀਆਂ, ਉਹਨਾਂ ਨੂੰ ਕੋਈ ਪੈਸਾ ਨਹੀਂ ਦੇਣਾ। ਉਹ ਜਿਹੜਾ ਘਰੇ ਪਰਤੀ ਆ ਕੇ ਚੁੱਕਦੇ ਨੇ, ਉਹਦੇ ਉਹਨਾਂ ਦੀ ਖਿਦਮਤ ਹੋ ਰਹੀ। 200 ਰੁਪਇਆ ਲੋਕ ਖੁਸ਼ ਹੋ ਕੇ ਦਿੰਦੇ, ਖੁਸ਼ ਹੋ ਕੇ ਦਿੰਦੇ। ਹੋ ਰਹੀ। ਲੇਕਿਨ ਉਹਦੇ ਚੋਂ ਇੱਕ ਚੀਜ਼ ਹੋਈ ਨਾ, ਬਸ ਫਰਕ ਤਾਂ ਮੈਂ ਉਹਨਾਂ ਪੇਪਰ ਸੱਟਿਆ ਮੈਂ ਕਿੱਥੇ ਸੱਟਾਂ? ਨਹੀਂ ਉਹ ਭਾਈ ਹਾਲੇ ਜਿਹੜੀ ਗੱਲ ਪੇ ਕਰਦੇ ਨੇ ਜਿੱਕਣ ਬੱਚੇ ਚੀਜ਼ਾਂ ਲੈ ਕੇ ਆਉਂਦੇ ਨੇ ਤੇ ਉਹ ਛਾਪਰ ਇੱਥੇ ਬਾਹਰ ਹੀ ਛੱਡਦੇ ਨੇ, ਉਹ ਉਹਦੇ ਵਿੱਚ ਛੱਡ ਦਿੱਤੇ ਜਾਣ ਕਰਨ। ਘਰ ਵਾਲਾ ਘਰੋਂ ਹੀ ਖੜਾ ਹਰ ਟਾਈਮ 24 ਘੰਟੇ ਹੋਵੇ ਜਿੰਨੇ ਕੋ ਆਪਣੀ ਨੌਕਰੀ ਵਾਹ ਨਹੀਂ ਹੈ ਤੇ ਤਾਂ ਲਾਲਾ ਜੀ ਕੋਸ਼ਿਸ਼ ਤਾਂ ਕਰਨੀ ਹੈ। ਆ ਉਹ ਵੀ ਠੀਕ ਹੈ ਪਰ ਉਹ ਉਹ ਇੰਜ ਕਰਦੇ ਨੇ। ਦੇਖੋ ਜੀ ਮੈਂ ਆਪਣੇ ਘਰ ਦੀ ਗੱਲ ਕਰਨਾ ਜੀ, ਅਸੀਂ 3 ਟੋਕਰੀਆਂ ਰੱਖੀਆਂ ਨੇ ਤੇ ਉਹਦੇ ਜਮਾ ਕਰਦੇ ਰਹਿੰਦੇ ਆ ਤੇ ਅਗਲੇ ਦਿਨ ਆਉਂਦਾ ਤੇ ਉਹਨੂੰ 3 ਜਾ ਕੇ ਦਿੰਦੇ ਆ। ਤੇ ਇਹੋ ਕੰਮ ਕਰ ਲੈਣਾ ਬੂਹੇ ਕੇ ਸੱਟਣ ਦੀ ਬਜਾਏ। ਡਸਟਬਿਨ ਕਿਤੇ ਨਹੀਂ ਰੱਖੋ। ਚੌਕ ਦੀ ਰੱਖੋਗੇ ਤੇ ਸਾਰੇ ਦੁਕਾਨਾਂ ਨੇ ਬੜੀਆਂ ਦੁਕਾਨਾਂ ਵਾਂਗਦਾ ਰਹੇਗਾ ਤੇ ਪੈਸਾ ਵੀ ਉਹਨੂੰ ਕੋਈ ਰੱਖਿਆ ਨਹੀਂ ਚੀਜ਼ਾਂ ਬਣਦੀਆਂ ਨੇ ਆ ਕੇ। ਉਹਦੀ ਜੋ ਅਸ਼ਰ ਉਹਦਾ ਉਹਦਾ ਹੋਇਆ, ਜਿਹੜਾ ਅਸ਼ਰ ਹੋਇਆ ਤਾਕ ਲੋ ਉਹ ਤੋੜਿਆ। ਡਾਰ ਨੂੰ ਪਤਾ। ਅਗਰ ਗਲੀਆਂ ਦੇ ਵਿੱਚ ਅਸ਼ਰ ਉਹ ਕਰਾਣਾ ਜੇ ਤੇ ਫਿਰ ਉਹ ਕਰ। ਨਹੀਂ ਉਹ ਬਾਬੇ ਡਾਰ ਨੂੰ ਪਤਾ ਹੈ ਵੀ ਜੋ ਹੋਇਆ ਸੀ। ਜੇ ਸਫਾਈ ਰੱਖਣੀ ਹੈ ਤੇ ਘਰ ਪ੍ਰਤੀ ਜਿਹੜਾ ਕੰਮ ਚੱਲਦਾ ਪਿਆ ਇਹ ਘਰ ਵਾਲੇ ਹਰ ਬੰਦੇ ਕੋਸ਼ਿਸ਼ ਕਰਨ ਯਾਰ ਉਹ ਮੈਂ ਆਪਣੀਆਂ ਟੋਕਰੀਆਂ ਵਧਾ ਲੈਣ। ਭਾਈ ਤੁਸੀਂ ਸਮਝ ਲਓ ਮੈਂ ਕਿਹਦੇ ਚੀਜ਼ ਸੱਟਾ ਉਹ ਤੇ ਸਾਰੇ ਦੇ ਅੱਛਾ ਹੁਣ ਇੱਕ ਛਾਪਰ ਦੇ ਰੁਆਲ ਮਾਲ ਕਿਸੇ ਦੇ ਬੂਹੇ ਨਾਲ ਵੀ ਰੱਖ ਦਿਓ ਤੇ ਨਾ ਕਿ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਚੁੱਕ ਕੇ ਦੋਨੋਂ ਦੇ। ਨਹੀਂ ਹੁਣ ਫਰਕ ਤਾਂ ਮੈਂ ਛਾਪਰ ਗਲੀ 'ਚ ਸੱਟ ਛੜਿਆ, ਉਹਨੂੰ ਕੌਣ ਚੁੱਕੇਗਾ? ਉਧਰ ਦੇ ਨਹੀਂ ਪਿਆ। ਅਬਦੁਲ ਖਾਲਕ ਸਾਹਿਬ ਤੁਸੀਂ ਵੀ ਜਿਹੜੇ ਵੇਲੇ ਇਹ ਗੱਲ ਤੁਹਾਡੇ ਜਿਵੇਂ ਅਸੀਂ ਖਾਂਦੇ ਹੁੰਦੇ ਸੀ ਨਾ ਦੇਸੀ ਮੁਰਗੀ, ਤੇ ਫਿਰ ਉਹ ਜਿਹੜੇ ਵੇ ਆਈ ਨਾ ਦੂਜੀ ਸ਼ੇਵਰ ਤੇ ਲੋਕਾਂ ਨੇ ਆਖਿਆ ਨਹੀਂ ਖਾਣੀ ਪਲੀਤ ਹੈ, ਤੇ ਬਾਅਦ ਜੇ ਟੇਸਟ ਡਿਵੈਲਪ ਹੋਇਆ ਤੇ ਹੁਣ ਉਹ ਹੀ ਖਾਣੇ ਤੇ ਕਿਸੇ ਨੇ ਦੇਸੀ ਕਦੇ ਆਖਿਆ ਹੀ ਨਹੀਂ। ਜਿਹੜੇ ਵੇਲੇ ਸੱਟਣ ਦੇ ਨਾ 4 ਦਿਹਾੜੇ ਬਾਹਰ, ਫਿਰ ਆਪ ਹੀ ਉਹ ਚੁੱਕਣ ਦੇ ਆਖਰ ਤੇ ਫਿਰ ਇਹ ਛੱਡ ਦੇਣ ਦੇ ਕੰਮ। ਜਿਹੜੇ ਨਾ ਕੋਈ ਸਿੱਧੀ ਗੱਲ ਮੰਨੇ ਫਿਰ ਦੂਜੇ ਤਰੀਕੇ ਨੂੰ ਆਪ ਹੀ ਮੰਨ ਜਾਂਦਾ। ਕੁਦਰਤ ਬੜਾ ਨਿਜ਼ਾਮ ਸਾਰੇ ਇਕੱਠੇ ਹੋਏ ਆ ਤੇ ਜੇ ਸਾਰੇ ਘਰ ਕਹਿ ਸਣਨ ਕਿ ਉਹਨਾਂ ਨੂੰ ਉਸੇ ਤਰ੍ਹਾਂ ਪੈਸੇ ਸਭ ਦਿਓ, ਤੋਂ ਬਿਹਤਰ ਹੈ ਵੀ ਉਹ ਘਰ ਉਸੇ ਵਾਲੇ ਤਰ੍ਹਾਂ ਉਹਨਾਂ ਨੂੰ ਤੁਸੀਂ ਪੈਸੇ ਦਿਓ। ਤੇ ਜਿਹੜੇ ਆ ਬੱਚੇ ਪਾਪੜ ਲੈਂਦੇ ਨੇ ਦੁਕਾਨਾਂ ਤੋਂ, ਉਹ ਬਿੱਲ ਜ਼ਿਆਦਾਤਰ ਤੇ ਉਹ ਹੁੰਦੇ ਨੇ ਨਾ ਗਲੀਆਂ ਵਿੱਚ, ਕਿ ਉਹਨਾਂ ਵਾਸਤੇ ਜੇ ਡਸਟਬਿਨਾਂ ਰੱਖ ਦਿੱਤੀਆਂ ਜਾਣ ਉਹਦੇ ਵਿੱਚ ਬੱਚੇ ਸੱਟਣ, ਉਹਨਾਂ 'ਚ ਸ਼ੋਰ ਪੈਦਾ ਹੋਵੇ। ਤੇ ਘਰ ਦੇ ਜਿਹੜੇ ਮਰਦ ਇਕੱਠੇ ਹੋਏ, ਇਹ ਹੀ ਘਰ ਦੇ ਨੇ ਕਹੋ ਕਿ ਕੂੜੇ ਵਾਲੇ ਨੂੰ 200 ਰੁਪਏ ਉਸੇ ਤਰ੍ਹਾਂ ਤੁਸੀਂ ਦਿਓ। ਗੱਲ ਹੈ ਇਹ ਸਰ। ਇਹ ਵੀ ਠੀਕ ਹੈ ਕਿ ਰਾਸਤਾ ਅਮਲ ਕਰਨ ਬੰਦੇ। ਚਲੋ ਕੋਈ ਰੱਖ ਕੇ ਵੇਖ ਲਓ ਕੀ ਹੁੰਦਾ। ਫਿਰ ਉਹ ਖਾਲਕ ਸਾਹਿਬ ਚਲੋ ਇਹ ਜੀ ਸਹੀ ਰੱਖ ਕੇ ਵੇਖ ਲਓ ਜ਼ਰਾ। ਚਲੋ ਬੀਬੀਆਂ ਜੇ ਉਹ ਮਹੀਨੇ ਕੂੜਾ ਬਾਅਦ ਤਾਂ ਸੁੱਟਣੀਆਂ, ਲੇਕਿਨ ਟੋਕਰੀਆਂ ਪੈਸੇ ਕੁਝ ਐਸੇ ਹੀ ਕਰਾਣਾ ਹੈ, ਘਰ ਕਹਿ ਕੇ ਐਸੇ ਹੀ ਕਰਾਣਾ ਹੈ।
ਨਹੀਂ ਉਹ ਕੂੜੇ ਵਾਲਾ ਜਾ ਕੇ ਲੈਦਾ ਨਾ ਤੁਸੀਂ ਉਹ ਕਿਹੜੇ ਛਾਪਰ ਵਗੈਰਾ ਨਹੀਂ ਉਹ ਡੱਬੇ ਸੱਟਣ ਨਾ ਕੂੜਾ ਨਾ ਸੱਟਣ ਕੂੜੇ ਵਾਲੇ ਲੈ ਹੁਣ ਬਸ ਜਿੱਥੇ ਕੋਨੇ ਬਣਦੇ ਨੇ ਨਾ ਜਿੱਥੇ ਟਰਨਿੰਗ ਪੁਆਇੰਟ ਹੈ ਜਿਹੜਾ ਉੱਥੇ ਇੱਕ ਰੱਖਦੇ 5-6 7 ਜਾਂ ਦੁਕਾਨਾਂ ਦੇ ਦਰਵਾਜ਼ਿਆਂ ਅੱਗੇ ਰੱਖਾਂਗੇ ਕਾਮਯਾਬ ਹੋ ਗਏ ਲੋਕਾਂ ਦੇ ਰਹਾਂਗੇ ਨਾ ਇੱਕ ਦੁਕਾਨਾਂ ਦੇ ਰੱਖ ਦਿਆਂਗੇ ਦੁਕਾਨਾਂ ਦੇ ਜਾਣਾ ਦੁਕਾਨਾਂ ਦੇ ਲਾਜ਼ਮੀ ਹੋਣਗੇ ਲੇਕਿਨ ਹਰ ਬੰਦਾ ਆਪਣੇ ਘਰ ਹੀ ਲਵੇ ਕਰੇ ਕਿ ਅਗਰ ਘਰ ਨਹੀਂ ਤਾਂ ਇਹ ਸੌ ਡਾਲਰ ਦੀ ਖਿਦਮਤ ਹੋਵੇਗੀ ਹਾਂ ਬਿਲਕੁਲ ਕਿਉਂਕਿ ਉਹ ਆਖਰ ਜਿਹੜਾ ਦੋ ਲੈ ਲੜਦੇ ਨੇ ਤੇ ਉਹਨਾਂ ਦੀ ਨਹੀਂ ਬੰਦੇ ਸੱਟਾਂ ਵਿੱਚ ਉਹ ਲੱਗਦਾ ਲੇਕਿਨ ਰੂਟੀਨ ਮੁਤਾਬਕ ਉਹਨਾਂ ਨੂੰ ਪੈਸੇ ਦੇਣ ਉਹਦਾ ਹੱਲ ਹੈ ਜੀ ਇੱਕ ਛੋਟੀ ਜਿਹੀ ਗੱਲ ਜਿਹੜੀ ਹੈ ਨਾ ਬੂਹੇ ਦੇ ਛਾਪਰ ਡਿੱਗਿਆ ਵੇਖਦਾ ਆਪਣੀ ਤੋਹੀ ਨਾ ਸਮਝੀਏ ਉਹ ਚੁੱਕ ਕੇ ਤੇ ਆਪਣੀ ਡਸਟਬਿਨ ਚ ਰੱਖ ਦੇ ਥੋੜਾ ਜਿਹਾ ਇੱਕ ਸੋਸ਼ਲ ਮੈਸੇਜਿੰਗ ਜਿਹਨੂੰ ਤੁਸੀਂ ਕਹਿੰਦੇ ਹੋ ਨਾ ਕਿ ਸਫਾਈ ਦੇ ਹਵਾਲੇ ਨਾਲ ਖਾਸ ਤੌਰ ਤੇ ਕਿ ਉਹਨਾਂ ਨੇ ਕੋਈ ਕਿਸੇ ਦੇ ਹਦੀਸ ਕਿਸੇ ਦੇ ਪੁਰਾਣੇ ਪਾਕ ਜਾਏ ਕਿਸੇ ਦੇ ਤਕਲਾ ਕਿ ਸਫਾਈ ਨਿਸਮਾਨ ਹੈ ਤੇ ਨਾਲੇ ਸਾਰੀਆਂ ਚੀਜ਼ਾਂ ਬਾਕੀ ਜਗ੍ਹਾ ਤੇ ਲਿਖਿਆ ਥੋੜਾ ਜਿਹਾ ਹੋਰ ਵਧਾ ਜਾਂ ਬੋਰਡ ਲਾ ਦਿੱਤੇ ਜੋ ਹਾਂ ਨਹੀਂ ਉਹ ਸਹੀ ਉਹ ਮੈਂ ਦੇਖਦਾ ਕੋਈ ਬੰਦਾ ਤਾਂ ਸਾਨੂੰ ਲਿਖਣ ਵਾਲਾ ਤੋਂ ਲਿਖਣ ਦੀ ਬਜਾਏ ਅਗਰ ਬੋਰਡ ਮਾਰਮ ਹੋ ਜਾਣ ਤਾਂ बेहतरीन किस्म के कीम आरफ साहब का बहुत अच्छी उन्होंने राइटिंग है ਕਿਹਦੀ या कीम आरफ साहब और भाई साहब की अच्छी राइटिंग है ਲਿਖਣ ਵਾਲੇ ਤੇ ਚਲੋ ਪੇਂਟਰ ਕੋਈ ਲਿਖੇਗਾ ਪੇਂਟਰ ਲਿਖੇਗਾ ਮਾਰਫ ਸਾਹਿਬ ਲਿਖ ਲੈਂਦੇ ਨੇ ਪੈਂਟਿੰਗ ਪੇਂਟਰ ਦੀ ਸਫਾਈ ਉਹ ਰੱਖਣਾ ਸਾਫ ਰੱਖ ਚੰਦ ਜਗ੍ਹਾ ਹੁੰਦੇ ਨਾ ਹੈ ਸ਼ੁਕਰ ਵੀ ਲਿਖ ਲੈਂਦਾ ਕੋਲ ਬੈਠਾ ਹੈ ਬੋਲਦਾ ਨਹੀਂ ਹੈ ਸਾਡਾ ਫਨਕਾਰ ਬੰਦਾ ਕੋਲ ਬੈਠਾ ਮੇਰੇ ਕੋਲ ਟਾਈਮ ਨਹੀਂ ਨਾ ਫਰਕ ਪਿਆ ਯਾਰ ਚਲੋ ਥੋੜਾ ਥੋੜਾ ਕਰਕੇ ਜੁਮੇ ਸ਼ਾਇਦ ਲਾ ਨਹੀਂ ਝੜ ਖੂਬਸੂਰਤ ਲੱਗਦਾ ਕਿਸੇ ਨੂੰ ਚਿੱਟੇ ਕੱਪੜੇ ਪਾਏ ਦੇਖ ਕੇ ਦਿਲ ਤੇ ਕਰਦਾ ਮੈਂ ਵੀ ਪਾ ਲਾਂ ਚਲੋ ਇੰਨਾ ਸ਼ੌਕ नहीं बहुत ज़्यादा ਮਹਾਰਾਜ खूबसूरत है ਕਈ ਬੰਦੇ ਪੁੱਛਦੇ ਨੇ ਕੀ ਇਹ ਤੇ ਅਸੀਂ ਦੱਸਦੇ ਜੀ ਸਾਡੇ ਇੱਕ ਮਿਹਰਬਾਨ ਅਜ਼ੀਜ਼ ਜੀ ਸਾਡੇ ਉਹਨਾਂ ਦੀ ਸ਼ੌਕ ਆਇਆ ਇਹਨਾਂ ਕਹਾ ਮੈਂ ਪਿੰਡ ਆਪਣੇ ਨੂੰ ਸਫੇਦ ਚਮਕਦਾ ਦੇਖਦਾ ਇਹ ਉਹਨਾਂ ਦੀ ਹਿੰਮਤ ਹੈ ਉਹ ਆਉਂਦੇ ਫਿਰ ਬੜੀ ਗੱਲ ਹੈ। ਫਿਰ ਯਕੀਨ ਨਾਲ ਕਰੋ ਕਿ ਉਹਨਾਂ ਨੂੰ ਮਾਹੌਲ ਦਾ ਬੜਾ ਅਸਰ ਹਾਂ, ਹੁੰਦਾ ਨਾਲ ਫਿਰ ਅੱਗੋਂ ਕਈ ਗੱਲਾਂ ਹੋਰ ਵੀ ਦੱਸਣੀਆਂ ਪਵਾਉਂਦੇ ਫਿਰ ਕਰਨਾ ਅਸੀਂ ਦੇ ਨਾਲ ਚਾਰ ਸੜਕਾਂ ਵੀ ਬਣਵਾਉਂਦੇ ਆ ਨਾ ਫਿਰ ਸਿਰਫ ਐਨੀ ਗੱਲ ਨਹੀਂ ਕਰਦੇ ਗਰਾਊਂਡ ਵੀ ਉਹਨਾਂ ਨੂੰ ਦੱਸਦੇ ਆ ਉਹ ਜਿਹੜਾ ਦੌੜੇ ਬਹੁਤਾ ਤੇਜ਼ ਦੌੜਦਾ ਆਪੇ ਉਹਨੂੰ ਪੈਸੇ ਲੱਭਦੇ ਨੇ ਜਿਹੜਾ ਚੰਗਾ ਪੜੇ ਉਹਨੂੰ ਵੀ ਲੱਭਦੇ ਨੇ ਜਿਹੜਾ ਜਾਲੀ ਇਮਾਨਦਾਰ ਹੋਵੇ ਤੇ ਭਾਵੇਂ ਸਹੀ ਹੋਵੇ ਉਹਨੂੰ ਵੀ ਪੈਸੇ ਲੱਭਦੇ ਨੇ ਬਈ ਇਹ ਲੈ ਤੇਰੀ ਇਮਾਨਦਾਰੀ ਬੜੀ ਵੀ ਨਜ਼ਰ ਆਉਂਦੀ ਹੈ ਲੈ ਪੈਸੇ ਇਹ ਸਾਰੀਆਂ ਗੱਲਾਂ ਅਸੀਂ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਵੀ ਦੱਸ ਸਕਦੇ ਉਹ ਬਹੁਤਾ ਦੱਸ ਤੇ ਹੁਣ ਇਜਾਜ਼ਤ ਦਿਓ ਦੁਆ ਮੰਗਣੀ ਕਿਸੇ ਨੇ ਤੇ ਮੌਲਵੀ ਸਾਹਿਬ ਨਾਲ ਕੋਈ ਦੁਆ ਮੰਗਣੀ ਤੇ ਅਸੀਂ ਚਲੀਏ ਇੱਕ ਹੋਰ ਇੱਕ ਦੂਸਰਾ ਚੋਰੀ ਦਾ ਮੈਂ ਚਾਹੁੰਦਾ ਵੀ ਪਿੰਡ 'ਚ ਚੋਰੀ ਨਾ ਹੋਵੇ ਮੇਰੇ ਨਾਲ ਕੋਈ ਨਹੀਂ ਹੁੰਦੀ ਕੋਈ ਵੀ ਕਿਸੇ ਕਿਸਮ ਦੀ ਉਹਦਾ ਇਲਾਜ ਹੈ ਨਾ ਜਿਹੜਾ ਉਹ ਇੱਕ ਵਾਲਦਾin ਨੂੰ ਪਤਾ ਹੋਵੇ ਨਾ ਮੇਰਾ ਬੇਟਾ ਰਾਤੀ ਮੰਜੀ ਉੱਤੇ ਬਿਸਤਰ ਵਿੱਚ ਹੀ ਹੈ ਤੇ ਚੋਰੀ ਦੂਜਾ ਲਫ਼ਜ਼ਾਂ ਵਿੱਚ ਪਿੰਡ ਵਿੱਚ ਚੋਰ ਨਾ ਆਵੇ ਸਾਰਿਆਂ ਨੂੰ ਬਿਹਤਰੀਨ ਹੈ ਚੋਰ ਨਾ ਆਵੇ ਤੇ ਚੋਰੀ ਉਹਦੀ ਨਹੀਂ ਹੋਣੀ ਚੋਰ ਨਾ ਹੋਵੇ ਚੋਰੀ ਹੋਣੀ ਨਹੀਂ ਲੱਗੀ ਇਨਸ਼ਾਅੱਲਾ ਭਾਈ ਸਾਹਿਬ ਦੁਆ ਕੋ ਨਹੀਂ ਅਸੀਂ ਕਹਿੰਦੇ ਭਾਈ ਸਾਹਿਬ ਦੁਆ ਮੰਗੋ ਦੁਆ ਮੰਗੋ ਅਸੀਂ ਕਹਿੰਦੇ ਚੋਰੀ ਹੈ ਚੋਰੀ الحمد لله رب العالمين الرحمن الرحيم مالك يوم الدين إياك نعبد وإياك نستعين اهدنا الصراط المستقيم صراط الذين أنعمت عليهم غير المغضوب عليهم ولا الضالين آمين ربنا آتنا في الدنيا حسنة وفي الآخرة حسنة وقنا عذاب النار ربنا آتنا في الدنيا حسنة وفي الآخرة حسنة وقنا عذاب النار ربنا ظلمنا أنفسنا وإن لم تغفر لنا وترحمنا لنكونن من الخاسرين ربنا لا تزغ قلوبنا بعد إذ هديتنا وهب لنا من لدنك رحمة إنك أنت الوهاب سبحان ربك رب العزة عما يصفون وسلام على المرسلين والحمد لله رب العالمين آمين برحمتك يا أرحم الراحمين